18 ਜੁਲਾਈ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 18 ਜੁਲਾਈ ਦੇ ਇਤਿਹਾਸ ਬਾਰੇ। 18 ਜੁਲਾਈ 1948 ਨੂੰ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ ਸ਼ੇਖਾਵਤ ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼ਹੀਦ ਹੋ ਗਏ ਸਨ। ਮੇਜਰ ਪੀਰੂ ਸਿੰਘ ਸ਼ੇਖਾਵਤ ਦਾ ਜਨਮ 20 ਮਈ 1918 ਨੂੰ ਰਾਜਸਥਾਨ ਵਿੱਚ ਹੋਇਆ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ 1947 ਵਿੱਚ ਉਹਨਾਂ ਨੇ ਭਾਰਤੀ ਫੌਜ ਦੀ 6ਵੀਂ ਰਾਜਪੂਤਾਨਾ ਰਾਈਫਲਸ ਦੇ ਇੱਕ ਹਿੱਸੇ ਵਜੋਂ ਭਾਰਤ-ਪਾਕਿਸਤਾਨ ਯੁੱਧ ਵਿੱਚ ਹਿੱਸਾ ਲਿਆ ਸੀ। ਲੜਾਈ ਦੌਰਾਨ ਪੀਰੂ ਸਿੰਘ ਜਿਸ ਕੰਪਨੀ ਤੇ ਹਿੱਸਾ ਸਨ, ਉਸ ਕੰਪਨੀ ਨੂੰ ਜੰਮੂ ਕਸ਼ਮੀਰ ਦੇ ਟਿਠਵਾਲ ਵਿੱਚ ਪਾਕਿਸਤਾਨੀ ਚੌਕੀ ਤੇ ਕਬਜ਼ਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਇਹ ਇੰਨਾ ਆਸਾਨ ਨਹੀਂ ਸੀ। ਇਸ ਲੜਾਈ ਦੌਰਾਨ ਬਹੁਤ ਸਾਰੇ ਸਿਪਾਹੀ ਸ਼ਹੀਦ ਹੋਏ ਅਤੇ ਕਈ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਪੀਰੂ ਸਿੰਘ ਇਕੱਲੇ ਹੀ ਰਹਿ ਗਏ। ਇਸ ਦੇ ਬਾਵਜੂਦ ਉਹਨਾਂ ਦਾ ਹੌਸਲਾ ਘੱਟ ਨਹੀਂ ਹੋਇਆ ਅਤੇ ਉਹ ਇਕੱਲੇ ਗ੍ਰੇਨੇਡਾਂ ਨਾਲ ਦੁਸ਼ਮਣਾਂ ਦੀ ਚੌਕੀ ਤੇ ਹਮਲਾ ਕਰਦੇ ਰਹੇ। ਇਸ ਦੌਰਾਨ ਦੁਸ਼ਮਣ ਵੱਲੋਂ ਸੁੱਟੇ ਗਏ ਗ੍ਰੇਨੇਡ ਨਾਲ ਉਹਨਾਂ ਦਾ ਚਿਹਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮੇਜਰ ਪੀਰੂ ਸਿੰਘ ਸ਼ੇਖਾਵਤ ਨੇ ਜ਼ਖਮੀ ਹੋਣ ਦੇ ਬਾਵਜੂਦ 6 ਪਾਕਿਸਤਾਨੀਆਂ ਨੂੰ ਮਾਰ ਦਿੱਤਾ ਅਤੇ 2 ਪਾਕਿਸਤਾਨੀ ਚੌਕੀਆਂ ਤੇ ਵੀ ਕਬਜ਼ਾ ਕਰ ਲਿਆ, ਪਰ ਤੀਸਰੀ ਚੌਕੀ ਵੱਲ ਵਧਦੇ ਸਮੇਂ ਉਹਨਾਂ ਦੇ ਸਿਰ ਵਿੱਚ ਗੋਲੀ ਲੱਗੀ ਅਤੇ ਉਹ ਜੰਗ ਦੇ ਮੈਦਾਨ ਵਿੱਚ ਹੀ ਸ਼ਹੀਦ ਹੋ ਗਏ। ਉਹਨਾਂ ਦੀ ਅਦੁੱਤੀ ਹਿੰਮਤ ਅਤੇ ਬਹਾਦਰੀ ਲਈ ਮੇਜਰ ਪੀਰੂ ਸਿੰਘ ਸ਼ੇਖਾਵਤ ਨੂੰ 1952 ਵਿੱਚ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਰਾਜਪੂਤਾਨਾ ਰਾਈਫਲਸ ਵਿੱਚ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਪਹਿਲੇ ਸਿਪਾਹੀ ਸਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਨਮਾਨ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੇ INN 374 ਟਾਪੂ ਦਾ ਨਾਮ ਪੀਰੂ ਰੱਖਿਆ ਹੈ। ਸ਼ੰਕਰਾਚਾਰਿਆ ਸ਼੍ਰੀ ਜਯੇਂਦਰ ਸਰਸਵਤੀ ਦਾ ਜਨਮ 18 ਜੁਲਾਈ 1935 ਨੂੰ ਤਾਮਿਲਨਾਡੂ ਵਿੱਚ ਹੋਇਆ ਸੀ। ਉਹ ਕਾਂਚੀਪੁਰਮ ਵਿੱਚ ਸਥਿਤ ਕਾਂਚੀ ਕਾਮਕੋਟੀ ਪੀਠ ਤੇ 69ਵੇਂ ਸ਼ੰਕਰਾਚਾਰਿਆ ਸਨ। ਹਿੰਦੂ ਧਰਮ ਦਾ ਪਾਲਣ ਕਰਨ ਵਾਲੇ ਵੀ ਕਾਂਚੀ ਪੀਠ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਯੇਂਦਰ ਸਰਸਵਤੀ ਦਾ ਦੇਹਾਂਤ 28 ਫਰਵਰੀ 2018 ਨੂੰ 82 ਸਾਲ ਦੀ ਉਮਰ ਵਿੱਚ ਹੋਇਆ ਸੀ। ਉਹ ਵੇਦਾਂ ਦੇ ਮਾਹਿਰ ਵਜੋਂ ਜਾਣੇ ਜਾਂਦੇ ਸਨ। 2003 ਵਿੱਚ ਉਹਨਾਂ ਨੇ ਸ਼ੰਕਰਾਚਾਰਿਆ ਵਜੋਂ 50 ਸਾਲ ਪੂਰੇ ਕੀਤੇ। 1983 ਵਿੱਚ ਜਯੇਂਦਰ ਸਰਸਵਤੀ ਨੇ ਸ਼ੰਕਰ ਵਿਜੇਂਦਰ ਸਰਸਵਤੀ ਨੂੰ ਆਪਣਾ ਉੱਤਰਾਧਿਕਾਰੀ ਘੋਸ਼ਿਤ ਕੀਤਾ ਸੀ। ਸ਼ੰਕਰਾਚਾਰਿਆ ਸ਼੍ਰੀ ਜਯੇਂਦਰ ਸਰਸਵਤੀ ਨੇ ਰੂੜੀਵਾਦੀ ਪਰੰਪਰਾਵਾਂ ਨੂੰ ਤੋੜਿਆ ਅਤੇ ਸਮਾਜ ਕਲਿਆਣ, ਖਾਸ ਕਰਕੇ ਦਲਿਤਾਂ ਦੀ ਸਿੱਖਿਆ ਅਤੇ ਸਿਹਤ ਲਈ ਮੱਠ ਦੀਆਂ ਗਤੀਵਿਧੀਆਂ ਦਾ ਵਿਸਥਾਰ ਕੀਤਾ। ਹਾਲਾਂਕਿ ਜਯੇਂਦਰ ਸਰਸਵਤੀ ਨੂੰ ਕਤਲ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਸਬੂਤਾਂ ਦੀ ਘਾਟ ਕਾਰਨ ਪੁਡੂਚੇਰੀ ਅਦਾਲਤ ਨੇ 13 ਨਵੰਬਰ 2013 ਨੂੰ ਇਸ ਕੇਸ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਉਸ ਸਮੇਂ ਰਾਜ ਵਿੱਚ ਜੈ ਲਲਿਤਾ ਦੀ ਸਰਕਾਰ ਸੀ। ਮੰਨਿਆ ਜਾਂਦਾ ਹੈ ਕਿ ਸਵਾਮੀ ਜੀ ਦੀ ਗ੍ਰਿਫਤਾਰੀ ਇੱਕ ਸਾਜ਼ਿਸ਼ ਸੀ। 18 ਜੁਲਾਈ 1947 ਨੂੰ ਬਰਤਾਨਵੀ ਸੰਸਦ ਨੇ ਇੰਡੀਅਨ ਇੰਡੀਪੈਂਡੈਂਸ ਐਕਟ ਪਾਸ ਕੀਤਾ ਸੀ। ਇਸ ਐਕਟ ਵਿੱਚ ਭਾਰਤ ਦੀ ਆਜ਼ਾਦੀ ਅਤੇ ਪਾਕਿਸਤਾਨ ਨੂੰ ਇੱਕ ਨਵੇਂ ਦੇਸ਼ ਵਜੋਂ ਬਣਾਉਣ ਦਾ ਪ੍ਰਸਤਾਵ ਸੀ। ਐਕਟ ਦੇ ਪਾਸ ਹੋਣ ਤੋਂ ਲਗਭਗ 28 ਦਿਨ ਬਾਅਦ ਭਾਵ 15 ਅਗਸਤ 1947 ਨੂੰ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ। ਇਸ ਤੋਂ ਇੱਕ ਦਿਨ ਪਹਿਲਾਂ 14 ਅਗਸਤ 1947 ਨੂੰ ਪਾਕਿਸਤਾਨ ਬਣਿਆ ਸੀ। ਇਸ ਦੇ ਨਾਲ ਹੀ ਦੇਸ਼ ਨੇ ਵੰਡ ਦਾ ਕਾਲਾ ਦੌਰ ਵੀ ਦੇਖਿਆ। ਭਾਰਤ-ਪਾਕਿਸਤਾਨ ਦੀ ਵੰਡ ਕਿੰਨੀ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵੰਡ ਵੇਲੇ ਹੋਏ ਦੰਗਿਆਂ ਵਿੱਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਸਨ। ਬਟਵਾਰੇ ਦਾ ਸਭ ਤੋਂ ਵੱਧ ਅਸਰ ਬੰਗਾਲ ਅਤੇ ਪੰਜਾਬ ਤੇ ਪਿਆ, ਜੋ ਉਸ ਸਮੇਂ ਤੱਕ ਇਕਜੁੱਟ ਸਨ। ਇਸ ਦੇ ਨਾਲ ਹੀ ਜੇਕਰ ਪਾਕਿਸਤਾਨ ਧਰਮ ਦੇ ਨਾਂ ਤੇ ਵੱਖਰਾ ਦੇਸ਼ ਬਣ ਗਿਆ ਹੈ ਤਾਂ ਭਾਰਤ ਨੂੰ ਸਿਰਫ ਅੱਤਵਾਦ ਹੀ ਮਿਲਿਆ। ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ 3 ਘੋਸ਼ਿਤ ਯੁੱਧ ਹੋਏ। ਭਾਰਤ ਅਜੇ ਵੀ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦ ਨਾਲ ਲੜ ਰਿਹਾ ਹੈ। ਭਾਰਤੀ ਮਹਿਲਾ ਕ੍ਰਿਕਟ ਦੀ ਸ਼ਾਨਦਾਰ ਖਿਡਾਰੀ ਸਮ੍ਰਿਤੀ ਮੰਦਾਨਾ ਅੱਜ ਆਪਣਾ 28ਵਾਂ ਜਨਮ ਦਿਨ ਮਨਾ ਰਹੀ ਹੈ। ਉਹਨਾਂ ਦਾ ਜਨਮ 18 ਜੁਲਾਈ 1996 ਨੂੰ ਮੁੰਬਈ 'ਚ ਹੋਇਆ ਸੀ। ਖੱਬੇ ਹੱਥ ਦੀ ਬੱਲੇਬਾਜ਼ ਸਮ੍ਰਿਤੀ ਮੰਦਾਨਾ ਉਹ ਮਹਿਲਾ ਕ੍ਰਿਕਟਰ ਹੈ ਜਿਸ ਨੇ 3 ਮੈਚਾਂ ਦੀ ਦੁਵੱਲੀ ਇੱਕ ਰੋਜ਼ਾ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਹਨਾਂ ਨੇ 17 ਸਾਲ ਦੀ ਉਮਰ ਵਿੱਚ ਬੰਗਲਾਦੇਸ਼ ਦੇ ਖਿਲਾਫ ਆਪਣਾ T20 ਡੈਬਿਊ ਕੀਤਾ ਸੀ। ਸਾਲ 2019 ਵਿੱਚ ਫੋਰਬਸ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ 100 ਲੋਕਾਂ ਦੀ ਸੂਚੀ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਸੀ। ਉਸ ਸਾਲ ਉਹਨਾਂ ਦੀ ਕਮਾਈ ਲਗਭਗ 2.85 ਕਰੋੜ ਰੁਪਏ ਦੱਸੀ ਗਈ ਸੀ। ਹੁਣ ਜੇਕਰ ਅਸੀਂ ਉਹਨਾਂ ਦੇ ਨੈਟਵਰਥ ਦੀ ਗੱਲ ਕਰੀਏ ਤਾਂ ਸਮ੍ਰਿਤੀ ਮੰਦਾਨਾ ਦੀ ਕੁੱਲ ਸੰਪਤੀ 33 ਕਰੋੜ ਰੁਪਏ ਤੋਂ ਜ਼ਿਆਦਾ ਹੈ। ਸਮ੍ਰਿਤੀ ਬਾਟਾ, ਰੈਡ ਬੁੱਲ, ਹੀਰੋ ਮੋਟੋਕੌਰਪ, OnePlus, ਗਾਰਨੀਅਰ, ਹੁੰਡਈ ਮੋਟਰ ਕੰਪਨੀ ਵਰਗੇ ਕਈ ਬ੍ਰਾਂਡਾਂ ਦਾ ਸਮਰਥਨ ਕਰਦੀ ਹੈ। ਨੈਲਸਨ ਮੰਡੇਲਾ ਦਾ ਜਨਮ 18 ਜੁਲਾਈ 1918 ਨੂੰ ਦੱਖਣੀ ਅਫਰੀਕਾ ਵਿੱਚ ਹੋਇਆ ਸੀ। 10 ਮਈ 1994 ਨੂੰ ਨੈਲਸਨ ਮੰਡੇਲਾ ਨੇ ਪਹਿਲੇ ਅਸ਼ਵੇਤ ਰਾਸ਼ਟਰਪਤੀ ਦੇ ਰੂਪ ਵਿੱਚ ਦੱਖਣੀ ਅਫਰੀਕਾ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਜਨਮ ਦਿਨ ਪੂਰੀ ਦੁਨੀਆ ਵਿੱਚ ਰੰਗ-ਭੇਦ ਦੇ ਖਾਤਮੇ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਦੱਖਣੀ ਅਫਰੀਕਾ ਦੇ 3 ਸਦੀਆਂ ਤੱਕ ਗੋਰੇ ਲੋਕਾਂ ਦਾ ਰਾਜ ਰਿਹਾ।
1994 ਵਿੱਚ ਦੱਖਣੀ ਅਫਰੀਕਾ ਵਿੱਚ ਪਹਿਲੀ ਵਾਰ ਲੋਕਤਾਂਤਰਿਕ ਚੋਣਾਂ ਹੋਈਆਂ। ਰਾਜਧਾਨੀ ਪ੍ਰੀਟੋਰੀਆ ਵਿੱਚ 10 ਮਈ 1994 ਨੂੰ ਹੋਏ ਸਮਾਗਮ ਵਿੱਚ ਅਫਰੀਕੀ ਸਿਆਸਤਦਾਨਾਂ ਤੋਂ ਇਲਾਵਾ 140 ਦੇਸ਼ਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਨੈਲਸਨ ਮੰਡੇਲਾ ਨੇ ਸਮਾਰੋਹ ਵਿੱਚ ਕਿਹਾ ਸੀ, ਇਸ ਸੁੰਦਰ ਧਰਤੀ ਤੇ ਕਦੇ ਵੀ ਇੱਕ ਆਦਮੀ ਦੁਆਰਾ ਦੂਜੇ ਮਨੁੱਖ ਦੁਆਰਾ ਜ਼ੁਲਮ ਨਹੀਂ ਕੀਤਾ ਜਾਵੇਗਾ। ਨੈਲਸਨ ਮੰਡੇਲਾ ਨੇ ਜਿਸ ਤਰ੍ਹਾਂ ਆਪਣੇ ਦੇਸ਼ ਵਿੱਚ ਰੰਗ-ਭੇਦ ਖਿਲਾਫ ਮੁਹਿੰਮ ਚਲਾਈ, ਉਹਨਾਂ ਨੇ ਕਈ ਦੇਸ਼ਾਂ ਨੂੰ ਆਕਰਸ਼ਿਤ ਕੀਤਾ। ਭਾਰਤ ਸਰਕਾਰ ਨੇ 1990 ਵਿੱਚ ਮੰਡੇਲਾ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਮੰਡੇਲਾ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਦੇਸ਼ੀ ਸਨ। ਉਹਨਾਂ ਨੂੰ 1993 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਨੈਲਸਨ ਮੰਡੇਲਾ ਦੀ ਬਿਮਾਰੀ ਕਾਰਨ 5 ਦਸੰਬਰ 2013 ਨੂੰ ਮੌਤ ਹੋ ਗਈ ਸੀ। 18 ਜੁਲਾਈ 1925 ਨੂੰ ਜਰਮਨ ਤਾਨਾਸ਼ਾਹ ਅਡੋਲਫ ਹਿਟਲਰ ਦੀ ਆਤਮਕਥਾ ਮੇਨ ਕਾਂਫ ਦਾ ਪਹਿਲਾ ਐਡੀਸ਼ਨ ਪ੍ਰਕਾਸ਼ਿਤ ਹੋਇਆ ਸੀ। ਇਸ ਪੁਸਤਕ ਦੀਆਂ ਕੁੱਲ 9473 ਕਾਪੀਆਂ ਦੇ ਪ੍ਰਕਾਸ਼ਨ ਦੇ ਪਹਿਲੇ ਹੀ ਸਾਲ ਵਿੱਚ ਵਿਕੀਆਂ ਸਨ। ਹਿਟਲਰ ਨੇ ਇਹ ਕਿਤਾਬ ਜੇਲ੍ਹ ਵਿੱਚ ਆਪਣੀ ਸਜ਼ਾ ਕੱਟਦੇ ਹੋਏ ਲਿਖੀ ਸੀ। ਹਿਟਲਰ ਨੂੰ ਦੇਸ਼ਦਰੋਹ ਦੇ ਦੋਸ਼ ਵਿੱਚ 5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਆਪਣੀ ਆਤਮਕਥਾ ਵਿੱਚ ਹਿਟਲਰ ਨੇ ਆਪਣੇ ਨਸਲੀ ਅਤੇ ਯਹੂਦੀ ਵਿਰੋਧੀ ਵਿਚਾਰਾਂ ਨੂੰ ਦੁਨੀਆ ਸਾਹਮਣੇ ਉਜਾਗਰ ਕੀਤਾ। ਹਿਟਲਰ ਦਾ ਮੰਨਣਾ ਸੀ ਕਿ ਜਰਮਨੀ ਯਹੂਦੀਆਂ ਕਾਰਨ ਵਿਸ਼ਵ ਸ਼ਕਤੀ ਨਹੀਂ ਬਣ ਸਕਿਆ। ਜਰਮਨ ਲੋਕ ਇੱਕ ਉੱਤਮ ਨਸਲ ਹਨ ਅਤੇ ਯਹੂਦੀ ਉਹਨਾਂ ਵਿੱਚ ਇੱਕ ਪਰਜੀਵ ਵਾਂਗ ਹਨ। ਇਸ ਦੇ ਨਾਲ ਹੀ ਜਦੋਂ ਸੱਤਾ ਹਿਟਲਰ ਦੇ ਹੱਥਾਂ ਵਿੱਚ ਆਈ ਤਾਂ ਉਹਨਾਂ ਨੇ ਯਹੂਦੀਆਂ ਦਾ ਕਤਲੇਆਮ ਕੀਤਾ। 1933 ਵਿੱਚ ਹਿਟਲਰ ਜਰਮਨੀ ਵਿੱਚ ਸੱਤਾ ਵਿੱਚ ਆਏ, ਜਿਸ ਤੋਂ ਬਾਅਦ ਉਸਨੇ 6 ਸਾਲਾਂ ਵਿੱਚ ਲਗਭਗ 60 ਲੱਖ ਯਹੂਦੀਆਂ ਦਾ ਕਤਲ ਕੀਤਾ। ਇਹਨਾਂ ਵਿੱਚੋਂ 15 ਲੱਖ ਸਿਰਫ ਬੱਚੇ ਸਨ। ਬਾਅਦ ਵਿੱਚ ਹਿਟਲਰ ਵੀ ਦੂਜੇ ਵਿਸ਼ਵ ਯੁੱਧ ਦਾ ਕਾਰਨ ਬਣਿਆ ਅਤੇ ਆਪਣੀ ਹਾਰ ਤੋਂ ਬਾਅਦ ਉਸਨੇ 30 ਅਪ੍ਰੈਲ 1945 ਨੂੰ ਬਰਲਿਨ ਦੇ ਇੱਕ ਬੰਕਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 18 ਜੁਲਾਈ 1968 ਨੂੰ ਸੈਮੀਕੰਡਕਟਰ ਸਰਕਟਾਂ ਦੇ ਨਿਰਮਾਣ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਇੰਟੈਲ ਕਾਰਪੋਰੇਸ਼ਨ ਦੀ ਸ਼ੁਰੂਆਤ ਹੋਈ। ਮਾਈਕਰੋ ਪ੍ਰੋਸੈਸਰ ਬਣਾਉਣ ਸ਼ੁਰੂ ਕਰਨ ਵਾਲਾ ਸਭ ਤੋਂ ਪਹਿਲਾ ਇੰਟੈਲ ਸੀ। ਇੰਟੈਲ ਤੋਂ ਮੁੱਖ ਦਫ਼ਤਰ ਸਾਂਤਾ ਕਲਾਰਾ, ਕੈਲੀਫੋਰਨੀਆ ਸਿਲਿਕਨ ਵੈਲੀ ਵਿੱਚ ਹੈ। ਇੰਟੈਲ ਕਾਰਪੋਰੇਸ਼ਨ ਦੀ ਸਥਾਪਨਾ 1968 ਵਿੱਚ ਅਮਰੀਕੀ ਇੰਜੀਨੀਅਰ ਰਾਬਰਟ ਨੋਇਸ ਅਤੇ ਗੋਰਡਨ ਮੂਰ ਦੁਆਰਾ ਕੀਤੀ ਗਈ ਸੀ। ਰਾਬਰਟ ਨੋਇਸ ਅਤੇ ਗੋਰਡਨ ਮੂਰ ਦੋਵੇਂ ਬਹੁਤ ਹੀ ਸਫਲ ਇੰਜੀਨੀਅਰ ਸਨ। ਇੰਟੈਲ ਨੇ ਪਹਿਲਾਂ 12 ਪ੍ਰੋਸੈਸਰ ਬਣਾਏ ਜੋ ਕਿ ਨਿਪੁੰਨ ਕੰਪਿਊਟਿੰਗ ਮਸ਼ੀਨ ਲਈ ਤਿਆਰ ਕੀਤੇ ਗਏ ਸਨ, ਜੋ ਕਿ ਇੱਕ ਪ੍ਰਿੰਟਿੰਗ ਕਲੈਕਟਰ ਸੀ।